ਵੈਲਕਮ ਟੂ एवरीवन टू माय यूट्यूब चैनल KV1 ਸਟੱਡੀ ਟਾਈਮ। ਅਸੀਂ ਜਿਹੜੇ ਪ੍ਰੀਵੀਅਸ ਜਿਹੜੇ ਕੁਐਸਚਨ ਸੋਲਵ ਕਰ ਰਹੇ ਸੀਗੇ ਪੈਡਾਗੋਜੀ ਆਫ ਮੈਥਮੈਟਿਕਸ ਦੇ ਮੈਥ ਦੇ ਪੈਡਾਗੋਜੀ ਦੇ ਰਿਲੇਟਡ ਜਿਹੜੇ ਪ੍ਰੀਵੀਅਸ ਈਅਰ ਦੇ ਵਿੱਚ ਆਏ ਹੋਏ ਕੁਐਸਚਨ ਆ ਉਹ ਡਿਸਕਸ ਕਰ ਰਹੇ ਸੀਗੇ। ਠੀਕ ਹੈ, ਜੋ ਕਿ PSTET 1 ਐਂਡ PSTET 2 ਦੋਨਾਂ ਲਈ ਵੈਲਿਡ ਹੈ। ਇਹ CTET ਔਰ CTET ਲਈ ਵੀ ਪਿਛਲੀ ਇਹਦਾ ਇੱਕ ਪਾਰਟ ਆਪਾਂ ਕਰ ਚੁੱਕੇ ਹਾਂ। ਉਹਦੇ ਵਿੱਚ 10 ਕੁਐਸਚਨ ਜਿਹੜੇ ਸੀਗੇ ਮੈਥਮੈਟਿਕ ਪੈਡਾਗੋਜੀ ਦੇ ਰਿਲੇਟਡ ਉਹ ਡਿਸਕਸ ਕੀਤੇ ਸੀਗੇ। ਠੀਕ ਹੈ, ਦੈਨ ਇਸ ਤੋਂ ਬਾਅਦ ਆਪਾਂ ਨੈਕਸਟ ਜਿਹੜੇ 10 ਕੁਐਸਚਨ ਹੈ ਉਹ ਕਰਾਂਗੇ। ਹਰ ਵੀਡੀਓ ਦੇ ਵਿੱਚ 10 ਕੁਐਸਚਨ ਜਿਹੜੇ ਆਪਾਂ ਕਰਦੇ ਚਲਾਂਗੇ। ਠੀਕ ਹੈ, ਤੇ ਅੱਜ ਦਾ ਜਿਹੜਾ ਫਸਟ ਕੁਐਸਚਨ ਆਪਣਾ ਫਸਟ ਕੁਐਸਚਨ ਹੈ 11 ਨੰਬਰ ਕੁਐਸਚਨ ਹੈ। ਵਿਚ ਆਫ ਦੀ ਫੋਲੋਇੰਗ ਇਜ਼ ਦੀ ਬੈਸਟ ਮੈਥਡ ਫॉर ਟੀਚਿੰਗ ਜਿਓਮੈਟਰੀਕਲ ਥਿਊਰਮਸ ਐਟ ਸੈਕੰਡਰੀ ਸਕੂਲ ਲੈਵਲ? A lecture method, B laboratory method, C analytic method and synthetic method, and D traditional method। ਓਕੇ, ਕੁਐਸਚਨ ਕੀ ਕਹਿ ਰਿਹਾ? ਕੁਐਸਚਨ ਕਹਿ ਰਿਹਾ ਕਿ ਜਿਹੜਾ ਜਿਓਮੈਟਰੀਕਲ ਥਿਊਰਮ ਨੂੰ ਜਿਹੜਾ ਆਪਾਂ ਸੈਕੰਡਰੀ ਲੈਵਲ 'ਤੇ ਕਰਵਾਉਣਾ ਹੈ, ਠੀਕ ਹੈ, ਉਹਦੇ ਲਈ ਬੈਸਟ ਮੈਥਡ ਕਿਹੜਾ ਹੈ? ਓਕੇ, ਅਤੇ ਇਹਦਾ ਜਿਹੜਾ ਰਾਈਟ ਆਨਸਰ ਆ ਉਹ ਹੈ ਐਨਾਲਿਟਿਕ ਐਂਡ ਸਿੰਥੈਟਿਕ ਮੈਥਡ। ਓਕੇ, ਇਹ ਤਾਂ ਹੋ ਗਈ ਕੁਐਸਚਨ ਦਾ ਆਨਸਰ ਦੀ ਗੱਲ ਕਿ ਜਿਓਮੈਟਰਿਕ ਥਿਊਰਮ ਦੇ ਲਈ ਕਿਹੜਾ ਬੈਸਟ ਮੈਥਡ ਹੈਗਾ ਸੈਕੰਡਰੀ ਲੈਵਲ 'ਤੇ, ਉਹ ਹੈ ਐਨਾਲਿਟਿਕ ਐਂਡ ਸਿੰਥੈਟਿਕ ਮੈਥਡ। ਔਰ ਇਸ ਤੋਂ ਬਾਅਦ ਕੁਐਸਚਨ ਤੋਂ ਬਾਅਦ ਆਨਸਰ ਤੋਂ ਬਾਅਦ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੈਥਮੈਟਿਕਸ ਦੇ ਰਿਲੇਟਡ ਕਿਹੜੇ ਕਿਹੜੇ ਮੈਥਡਸ ਹੁੰਦੇ ਆ। ਜਿਵੇਂ ਇੱਥੇ ਇਹਨਾਂ ਨੇ ਕਿਹਦਾ ਲੈਕਚਰ ਮੈਥਡ, ਐਨਾਲਿਟਿਕਲ ਮੈਥਡ, ਲੈਬੋਰਟਰੀ ਮੈਥਡ, ਟ੍ਰੈਡੀਸ਼ਨਲ ਮੈਥਡ। ਓਕੇ, ਸਾਰਿਆਂ ਨਾਲੋਂ ਪਹਿਲਾਂ ਜਿਹੜਾ ਆਪਾਂ ਇਹਨਾਂ ਸਾਰੇ ਮੈਥਡਸ ਦੇ ਬਾਰੇ ਜਿਹੜਾ ਪੜ੍ਹਾਂਗੇ, ਦੈਨ ਇਸ ਤੋਂ ਬਾਅਦ ਨੈਕਸਟ ਕੁਐਸਚਨ ਕਰਾਂਗੇ। ਦੇਖੋ, ਟੀਚਿੰਗ ਆਫ ਮੈਥਮੈਟਿਕਸ ਦੇ ਵਿੱਚ ਜਿਹੜੇ ਹੈਗੇ ਲੈਕਚਰ ਮੈਥਡ ਵੀ ਹੁੰਦਾ, ਲੈਬੋਰਟਰੀ ਮੈਥਡ ਵੀ, ਐਨਾਲਿਟਿਕ ਮੈਥਡ ਵੀ, ਇੰਡਕਟਿਵ ਐਂਡ ਡਿਡਕਟਿਵ ਵੀ, ਡਿਸਕਸ਼ਨ ਮੈਥਡ ਵੀ, ਐਂਡ ਇੱਕ ਇਹ 6ਵਾਂ ਮੈਥਡ ਹੁੰਦਾ ਹਿਊਰਿਸਟਿਕ ਮੈਥਡ। ਓਕੇ, ਇਹ ਸਾਰੇ ਮੈਥਡਸ ਹੁੰਦੇ ਆ ਔਰ ਇਹਨਾਂ ਦੀ ਜਿਹੜੀ ਡਿਟੇਲ ਦੇ ਵਿੱਚ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ, ਪਹਿਲਾ ਇਹ ਓਪਸ਼ਨ ਆ ਆਪਣੇ ਕੋਲ ਜਿਹਦੇ ਵਿੱਚ ਸਾਨੂੰ ਕਿਹਾ ਹੋਇਆ ਲੈਕਚਰ ਮੈਥਡ। 4 ਓਪਸ਼ਨਸ ਦਿੱਤੀਆਂ ਹੋਈਆਂ, ਚਾਰਾਂ ਵਿੱਚੋਂ ਪਹਿਲਾ ਲੈਕਚਰ ਮੈਥਡ ਬਾਰੇ ਦੇਖ ਲੈਂਦੇ ਹਾਂ ਪਹਿਲਾਂ ਆਪਾਂ ਥੋੜ੍ਹਾ ਜਿਹਾ। ਦੇਖੋ, ਲੈਕਚਰ ਮੈਥਡ ਜਿਹੜਾ ਹੈ ਇਹ ਡਿਸਕਵਰ ਕਿੰਨੇ ਕੀਤਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਤਾਂ ਬੈਲਬੋਲਿਸ ਨੇ। ਠੀਕ ਹੈ, ਦੇਖੋ ਲੈਕਚਰ ਮੈਥਡ ਜਿੱਦਾਂ ਆਪਾਂ ਕਲਾਸ ਦੇ ਵਿੱਚ ਕੋਈ ਟੋਪਿਕ ਕਰਵਾ ਰਹੇ ਹਾਂ, ਠੀਕ ਹੈ, ਉਹਦੇ ਵਿੱਚ ਕੀ ਕਰਦਾ ਇੱਕ ਟੀਚਰ ਜਿਹੜਾ ਹੈ ਐਕਟਿਵਲੀ ਪਾਰਟੀਸਪੇਟ ਕਰਦਾ ਔਰ ਸਟੂਡੈਂਟ ਜਿਹੜੇ ਹੈ ਉਹਨੂੰ ਪੈਸਿਵਲੀ ਸੁਣਦੇ ਆ। ਠੀਕ ਹੈ, ਤੋ ਜਿਹੜਾ ਲੈਕਚਰ ਮੈਥਡ ਹੈ ਉਹ ਹੁੰਦਾ ਟੀਚਰ ਸੈਂਟਰ ਮੈਥਡ। ਓਕੇ, ਇਹਦੇ 'ਚ ਟੀਚਰ ਐਕਟਿਵ ਹੁੰਦਾ ਐਂਡ ਸਟੂਡੈਂਟ ਜਿਹੜੇ ਪੈਸਿਵਲੀ ਉਹਨੂੰ ਸੁਣਦੇ ਆ ਔਰ ਮੈਮਰੀ ਬੇਸਡ ਹੁੰਦਾ। ਲੈਕਚਰ ਮੈਥਡ ਦੇ ਵਿੱਚ ਕੀ ਹੁੰਦਾ, ਆਪਾਂ ਬੱਚਿਆਂ ਨੂੰ ਰੱਟਾ ਜ਼ਿਆਦਾ ਲਗਾਉਂਦੇ ਹਾਂ। ਠੀਕ ਹੈ, ਅਤੇ ਉਹਦੇ ਵਿੱਚ ਕੀ ਬੱਚਿਆਂ ਨੂੰ ਜਿਹੜੀ ਹੈ ਯਾਦ ਕਰਨਾ ਚੀਜ਼ਾਂ ਜ਼ਿਆਦਾ ਪੈਂਦੀਆਂ ਚੀਜ਼ਾਂ ਉਹਨਾਂ ਨੂੰ ਯਾਦ ਕਰਨੀਆਂ ਪੈਂਦੀਆਂ। ਠੀਕ ਹੈ, ਸਪੂਨ ਫੀਡਿੰਗ ਹੁੰਦੀ ਆ, ਆਪਾਂ ਬੱਚੇ ਨੂੰ ਜੋ ਕਰਵਾਇਆ ਉਹਨੇ ਬੱਚੇ ਨੇ ਉਹ ਕਾਪੀ 'ਤੇ ਉਤਾਰ ਲੈਣਾ, ਦੈਨ ਉਹਨੂੰ ਰੀਡ ਕਰ ਲੈਣਾ। ਠੀਕ ਹੈ, ਅਤੇ ਉਹਦੇ ਵਿੱਚ ਕੀ ਹੁੰਦੀ ਹੈ ਸਪੂਨ ਫੀਡਿੰਗ ਜ਼ਿਆਦਾ ਹੁੰਦੀ ਹੈ। ਠੀਕ ਹੈ, ਇਹ ਜਿਹੜਾ ਨੋ ਲਰਨਿੰਗ ਬਾਈ ਡੂਇੰਗ, ਲੈਕਚਰ ਮੈਥਡ ਦੇ ਵਿੱਚ ਬੱਚੇ ਨੂੰ ਓਪਰਚੁਨਿਟੀ ਨਹੀਂ ਮਿਲਦੀ ਕਿ ਉਹ ਕਰਕੇ ਸਿੱਖ ਪਾਏ। ਠੀਕ ਹੈ, ਇਹ ਹੋ ਗਿਆ ਲੈਕਚਰ ਮੈਥਡ ਦੀ ਗੱਲ। ਇਸ ਤੋਂ ਬਾਅਦ ਹੈਗਾ ਜਿਹੜੀ ਆਪਣੀ B ਓਪਸ਼ਨ ਹੈ ਆਪਣਾ ਲੈਬੋਰਟਰੀ ਮੈਥਡ। ਹੁਣ ਲੈਬੋਰਟਰੀ ਮੈਥਡ ਦੇ ਬਾਰੇ ਦੇਖ ਲੈਂਦੇ। ਦੇਖੋ, ਸਾਰਿਆਂ ਨਾਲੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਲੈਬੋਰਟਰੀ ਮੈਥਡ ਜਿਹੜਾ ਕਿੰਨੇ ਡਿਸਕਵਰ ਕੀਤਾ? ਇਹ ਕੀਤਾ ਪਾਇਥਾਗੋਰਸ ਆਫ ਸੈਮਸ ਨੇ। ਠੀਕ ਹੈ, ਆਪਾਂ ਗੂਗਲ 'ਤੇ ਵੀ ਮੈਂ ਸਰਚ ਕਰਕੇ ਦੇਖਿਆ, ਇਹ ਨਾਮ ਨਿਕਲਦਾ ਗਿਆ ਪਾਇਥਾਗੋਰਸ ਆਫ ਸੈਮਸ। ਠੀਕ ਹੈ, ਔਰ ਲੈਬੋਰਟਰੀ ਮੈਥਡ 'ਚ ਕੀ ਹੁੰਦਾ, ਸਟੂਡੈਂਟ ਕੀ ਹੈ, ਸਟੂਡੈਂਟ ਕੋਈ ਵੀ ਟੋਪਿਕ ਹੈ ਜਿੱਦਾਂ ਜਿਓਮੈਟਰਿਕ ਟੋਪਿਕ ਆ, ਉਹਨਾਂ ਨੂੰ ਨੈਚੁਰਲ ਓਬਜੈਕਟਸ ਦੇ ਥਰੂ ਜਿਹੜਾ ਲੈਬੋਰਟਰੀ ਦੇ ਵਿੱਚ ਪਰਫੋਰਮ ਕਰਕੇ ਦੈਨ ਉਹਨੂੰ ਟੋਪਿਕ ਦੀ ਜ਼ਿਆਦਾ ਕਲੈਰਿਟੀ ਲਈ, ਜ਼ਿਆਦਾ ਅੰਡਰਸਟੈਂਡਿੰਗ ਦੇ ਲਈ ਐਕਸਪੈਰੀਮੈਂਟ ਦੇ ਥਰੂ ਕਰਦਾ। ਐਕਸਪੈਰੀਮੈਂਟ ਨਹੀਂ ਠੀਕ ਹੈ, ਡੈਫੀਨੇਸ਼ਨ ਦੇਖ ਸਕਦੇ ਹੋ ਤੁਸੀਂ। ਇਨ ਦਿਸ ਮੈਥਡ ਸਟੂਡੈਂਟ ਦੈਮਸੈਲਵ ਵੈਰੀਫਾਈ ਦੀ ਫੈਕਟ ਐਂਡ ਲॉस ਮੈਥਮੈਟਿਕਸ ਵਿਦ ਦੀ ਹੈਲਪ ਆਫ ਐਕਸਪੈਰੀਮੈਂਟ। ਦਿਸ ਮੈਥਡ ਨੀਡ ਅ ਲੈਬੋਰਟਰੀ ਇਨ ਵਿਚ ਇਕੁਇਪਮੈਂਟ ਐਂਡ ਅਦਰ ਯੂਜ਼ਫੁਲ ਟੀਚਿੰਗ ਏਡਸ ਰਿਲੇਟਡ ਟੂ ਮੈਥਮੈਟਿਕਸ ਆਰ ਅਵੇਲੇਬਲ। ਉਹੀ ਸੇਮ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਮੈਥਮੈਟਿਕਲ ਲੈਬੋਰਟਰੀ ਦੇ ਵਿੱਚ ਸਟੂਡੈਂਟ ਕੀ ਕਰਦੇ ਆ, ਜਾਂ ਲॉस ਨੂੰ ਮੈਥਮੈਟਿਕ ਲੋ ਹੈ, ਫੈਕਟ ਹੈ, ਜਿਵੇਂ ਥਿਊਰਮਸ ਹੈਗੀਆਂ, ਜਿਓਮੈਟਰੀਕਲ ਕੋਈ ਫਿਗਰਸ ਹੈਗੀਆਂ। ਠੀਕ ਹੈ, ਉਹਨਾਂ ਨੂੰ ਉਹਦੇ ਫੈਕਟਸ ਨੂੰ ਉਹਦੇ ਕਿਵੇਂ ਉਹ
ਥਿਊਰਮ ਦੀ ਸਟੇਟਮੈਂਟ ਕੀ ਕਹਿ ਰਹੀ ਹੈ, ਕਿੱਦਾਂ ਉਹ ਪ੍ਰੂਫ ਉਹਦਾ ਆਪਾਂ ਫਾਈਂਡ ਕਰਨਾ, ਅਤੇ ਉਹਨੂੰ ਇਕੁਇਪਮੈਂਟ ਦੇ ਥਰੂ, ਕੀ ਇਕੁਇਪਮੈਂਟ ਮਤਲਬ ਨੈਚੁਰਲ ਜਿਹੜੇ ਓਬਜੈਕਟਸ ਹੈਗੇ ਉਹਨਾਂ ਦੇ ਥਰੂ ਐਕਸਪੈਰੀਮੈਂਟ ਕੀਤਾ ਜਾਂਦਾ, ਦੈਨ ਫਿਰ ਕੀ ਹੈ ਫੈਕਟ ਫਾਈਂਡ ਕੀਤਾ, ਰਿਜ਼ਲਟ ਫਾਈਂਡ ਕੀਤੇ ਜਾਂਦੇ ਆ, ਉਹਨੂੰ ਫਿਰ ਦੈਨ ਵੈਰੀਫਾਈ ਵੀ ਕੀਤਾ ਜਾਂਦਾ। ਠੀਕ ਹੈ, ਇਹ ਹੋ ਗਿਆ ਲੈਬੋਰਟਰੀ ਮੈਥਡ। ਔਰ ਲੈਬੋਰਟਰੀ ਮੈਥਡ ਕੀ ਹੈ ਕਿ ਚਾਈਲਡ ਸੈਂਟਰ, ਕਿਉਂਕਿ ਇਹਦੇ ਵਿੱਚ ਕੀ ਹੈ ਟੀਚਰ ਕੀ ਕਰਦਾ, ਉਹਨੂੰ ਮਤਲਬ ਇੱਕ ਕੋਈ ਪ੍ਰੋਬਲਮਸ ਦਿੰਦਾ, ਔਰ ਸਟੂਡੈਂਟ ਕੀ ਕਰਦਾ ਉਸ ਪ੍ਰੋਬਲਮ ਨੂੰ ਫਾਈਂਡ ਕਰਨ ਦੇ ਲਈ ਖੁਦ ਐਕਟਿਵਲੀ ਪਾਰਟੀਸਪੇਟ ਕਰਦਾ ਹੈ। ਅਤੇ ਇਸ ਕਰਕੇ ਇਹ ਜਿਹੜਾ ਕੀ ਹੈ, ਇਹ ਸਾਰਾ ਹੀ ਲੈਬੋਰਟਰੀ ਮੈਥਡ ਕੀ ਹੈ ਕਿ ਸਟੂਡੈਂਟ 'ਤੇ ਐਕਟਿਵ ਹੈਗਾ, ਸਟੂਡੈਂਟ ਇਹਦੇ 'ਚ ਕੀ ਐਕਟਿਵਲੀ ਪਾਰਟੀਸਪੇਟ ਕਰਦਾ, ਦੈਨ ਇਹਦੇ ਵਿੱਚ ਕੀ ਆ ਗਿਆ, ਇਹ ਕੀ ਹੈ ਚਾਈਲਡ ਸੈਂਟਰ ਮੈਥਡ ਹੈਗਾ। ਠੀਕ ਹੈ, ਇਹ ਵੀ ਪਤਾ ਹੋਣਾ ਚਾਹੀਦਾ, ਕਿਉਂਕਿ ਇਹਦੇ ਰਿਲੇਟਡ ਵੀ ਕੁਐਸਚਨ ਪੁੱਛ ਲੈਂਦੇ ਆ ਕਿ ਟੀਚਰ ਸੈਂਟਰਡ ਮੈਥਡ ਹੈ, ਸਟੂਡੈਂਟ ਸੈਂਟਰਡ ਮੈਥਡ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇੰਪੋਰਟੈਂਟ ਪੁਆਇੰਟ ਹੈਗੇ। ਠੀਕ ਹੈ, ਇਸ ਤੋਂ ਬਾਅਦ ਆਪਣੀ ਥਰਡ ਜਿਹੜੀ ਓਪਸ਼ਨ ਸੀਗੀ ਉਹ ਵੇਖ ਲੈ। ਦੇਖੋ ਆਪਣੀ ਥਰਡ ਜਿਹੜੀ ਓਪਸ਼ਨ ਹੈ ਆਪਣੀ ਐਨਾਲਿਟਿਕ ਸਿੰਥੈਟਿਕ ਮੈਥਡ। ਠੀਕ ਹੈ, ਹੁਣ ਇਹ ਜਾਣ ਲੈਂਦੇ ਹਾਂ ਕੀ ਹੁੰਦਾ ਹੈਗਾ। ਬਟ ਜਿਹੜੀ ਡੀ ਹੈ ਨਾ ਟਰਡੀਸ਼ਨਲ ਮੈਥਡ, ਇਹ ਕੋਈ ਵੀ ਮੈਥ ਦੇ ਵਿੱਚ ਕੋਈ ਵੀ ਇੱਦਾਂ ਦਾ ਮੈਥਡ ਨਹੀਂ ਹੁੰਦਾ, ਅਤੇ ਇਹ ਰੋਂਗ ਹੋ ਜਾਏਗੀ। ਠੀਕ ਹੈ, ਇਹ ਨਹੀਂ ਆਉਣਾ। ਇਸ ਤੋਂ ਬਾਅਦ ਇੱਕ ਹੀ ਬਚ ਕੇ ਆਪਣੀ ਇਹ ਦੇਖਣੀ ਆ ਹੁਣ। ਦੇਖੋ ਐਨਾਲਿਟਿਕ ਮੈਥਡ ਕੀ ਹੈ, ਸਾਰਿਆਂ ਨਾਲੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਡਿਸਕਵਰ ਕਿਹਨੇ ਕੀਤਾ। ਠੀਕ ਹੈ, ਇਹ ਡਿਸਕਵਰ ਕੀਤਾ ਬੈਂਥਮਸ ਨੇ। ਐਨਾਲਿਟਿਕ ਅਤੇ ਸਿੰਥੈਟਿਕ ਦੋ ਮੈਥਡ ਹੈ ਜੋ ਆਪਸ ਦੇ ਵਿੱਚ, ਇਹਨਾਂ ਨੂੰ ਕੰਬਾਈਨ ਕਰਕੇ ਹੀ ਆਪਾਂ ਜਿਹੜੇ ਆ ਕੋਈ ਕੰਬਾਈਨ ਕਰਕੇ ਪੜ੍ਹਨੇ ਆ, ਕੰਬਾਈਨ ਕਰਕੇ ਹੀ ਕਿਸੇ ਵੀ ਟੋਪਿਕ ਨੂੰ ਟੀਚ ਕਰਵਾਉਣਾ ਸਟੂਡੈਂਟ ਨੂੰ, ਦੈਨ ਇਹ ਦੋਨਾਂ ਨੂੰ ਨਾਲ ਲੈ ਕੇ ਹੀ ਚੱਲਣੇ ਪੈਂਦਾ, ਇਹਦੇ ਕੰਬੀਨੇਸ਼ਨ ਨਾਲ ਹੀ ਕਰਨੇ ਪੈਂਦਾ। ਠੀਕ ਹੈ, ਅਤੇ ਇਹਦੇ ਵਿੱਚੋਂ ਜਿਹੜਾ ਐਨਾਲਿਟਿਕ ਮੈਥਡ ਹੈਗਾ ਉਹ ਉਸ ਮੈਥਡ ਨੂੰ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਡਿਸਕਵਰ ਕਿਹਨੇ ਕੀਤਾ। ਡਿਸਕਵਰ ਕੀਤਾ ਹੈਗਾ ਬੈਂਥਮਸ ਨੇ। ਠੀਕ ਹੈ, ਬੈਂਥਮਸ ਨੇ ਕੀਤਾ ਹੋਇਆ। ਔਰ ਐਨਾਲਿਟਿਕ ਦਾ ਮਤਲਬ ਕੀ ਹੈ, ਐਨਾਲਿਟਿਕ ਜਿਹੜਾ ਵਰਡ ਹੈ ਉਹ ਐਨਾਲਿਸਿਸ ਤੋਂ ਜਿਹੜਾ ਡਰਾਈਵ ਹੋਇਆ। ਠੀਕ ਹੈ, ਜਿਹਦਾ ਮਤਲਬ ਹੁੰਦਾ ਬ੍ਰੇਕ ਕਰਨਾ ਜਾਂ ਸੈਪਰੇਟ ਕਰਨਾ। ਐਨਾਲਿਸਿਸ ਦਾ ਮਤਲਬ ਹੁੰਦਾ ਬ੍ਰੇਕ ਕਰਨਾ ਜਾਂ ਸੈਪਰੇਟ ਕਰਨਾ। ਮਤਲਬ ਸਾਨੂੰ ਮੈਥ ਦੇ ਵਿੱਚ ਆਪਾਂ ਕੀ ਕਰਨਾ, ਸਟੇਟਮੈਂਟ ਦਿੱਤੀ ਹੈ ਸਾਨੂੰ। ਠੀਕ ਹੈ, ਆਪਾਂ ਕੀ ਕਰਨਾ, ਸਾਰਿਆਂ ਨਾਲੋਂ ਪਹਿਲਾਂ ਉਹਨੂੰ ਰੀਡ ਕਰਨਾ, ਦੈਨ ਦੇਖਣਾ ਕਿ ਗਿਵਨ ਕੀ ਹੈ, ਪ੍ਰੂਫ ਕੀ ਕਰਨਾ। ਠੀਕ ਹੈ, ਕਿਹੜਾ ਇੱਥੇ ਫਾਰਮੂਲਾ ਲੱਗੇਗਾ, ਮਤਲਬ ਪੂਰੀ ਸਟੇਟਮੈਂਟ ਨੂੰ ਆਪਾਂ ਐਨਾਲਾਈਜ਼ ਕਰਨੀ ਆ। ਠੀਕ ਹੈ, ਆਪਾਂ ਛੋਟੇ ਛੋਟੇ ਪਾਰਟਸ ਦੇ ਵਿੱਚ ਉਹਨੂੰ ਡਿਵਾਈਡ ਕਰਦੇ ਜਾਂਦੇ ਹਾਂ ਕਿ ਕੀ ਗਿਵਨ ਹੈ, ਕੀ ਪ੍ਰੂਫ ਕਰਨਾ, ਦੈਨ ਕਿਹੜਾ ਇੱਥੇ ਫਾਰਮੂਲਾ ਅਪਲਾਈ ਹੋਏਗਾ। ਠੀਕ ਹੈ, ਆਪਾਂ ਕੀ ਕਰ ਰਹੇ ਹੁੰਦੇ ਆ, ਐਨਾਲਾਈਜ਼ ਕਰ ਰਹੇ ਹੁੰਦੇ, ਉਹ ਛੋਟੇ ਛੋਟੇ ਪਾਰਟ ਦੇ ਵਿੱਚ ਡਿਵਾਈਡ ਕਰ ਰਹੇ ਹੁੰਦੇ ਆ। ਠੀਕ ਹੈ, ਅਤੇ ਸੇਮ ਇਹ ਵੀ ਇੱਥੇ ਸਟੇਟਮੈਂਟ ਵੀ ਇਹੀ ਕਹਿ ਰਹੀ ਹੈ ਇਹਦੀ ਕਿ ਇਨ ਦਿਸ ਮੈਥਡ ਵੀ ਬ੍ਰੇਕ ਅਪ ਦੀ ਅਨਨਾਊਨ ਪ੍ਰੋਬਲਮ ਇਨਟੂ ਸਿੰਪਲਰ ਪਾਰਟਸ ਐਂਡ ਦੈਨ ਸੀ ਹਾਊ ਦਿਸ ਕੈਨ ਬੀ ਰੀਕੰਬਾਈਨਡ ਟੂ ਫਾਈਂਡ ਦੀ ਸਲਿਊਸ਼ਨ। ਠੀਕ ਹੈ, ਉਹੀ ਹੋ ਗਿਆ ਕਿ ਮਤਲਬ ਆਪਾਂ ਛੋਟੇ ਛੋਟੇ ਪਾਰਟ ਦੇ ਵਿੱਚ ਸਟੇਟਮੈਂਟ ਨੂੰ ਡਿਵਾਈਡ ਕਰਨੇ ਆ, ਦੈਨ ਉਹਨੂੰ ਐਨਾਲਾਈਜ਼ ਕਰਕੇ ਉਹਨੂੰ ਸੋਲਵ ਕਰਨੇ ਆ, ਕੰਬਾਈਨ ਕਰਕੇ ਦੈਨ ਉਹਨੂੰ ਸੋਲਵ ਕਰਨੇ ਆ। ਠੀਕ ਹੈ, ਓਕੇ। ਇਸ ਤੋਂ ਬਾਅਦ ਥਰੋਨਡਾਈਕ ਨੇ ਸਟੇਟਮੈਂਟ ਦਿੱਤੀ ਹੋਈ ਹੈ ਐਨਾਲਿਟਿਕ ਸਿੰਥੈਟਿਕ ਮੈਥਡ ਦੇ ਰਿਲੇਟਡ। ਦੇਖੋ ਜਿਹੜੀ ਵੀ ਸਟੇਟਮੈਂਟ ਜਿਹੜੀ ਸਾਨੂੰ ਸਾਈਕੋਲੋਜਿਸਟ ਨੇ ਦਿੱਤੀ ਹੈਗੀ ਆ ਉਹ ਸਾਡੇ ਲਈ ਇੰਪੋਰਟੈਂਟ ਬਣ ਜਾਂਦੀ ਹੈ। ਇਹ ਇੰਪੋਰਟੈਂਟ ਬਣ ਜਾਂਦੀ ਕਿਉਂਕਿ ਇਹ ਪੇਪਰ ਦੇ ਵਿੱਚ ਇੱਦਾਂ ਦੀਆਂ ਸਟੇਟਮੈਂਟ ਪੁੱਛੀਆਂ ਜਾਂਦੀਆਂ। ਅਤੇ ਥਰੋਨਡਾਈਕ ਨੇ ਕੀ ਸਟੇਟਮੈਂਟ ਦਿੱਤੀ ਹੈਗੀ ਆ, all the highest intellectual performance of the mind is analysis। ਕਹਿੰਦਾ ਜਿੰਨੀਆਂ ਵੀ ਹਾਈਐਸਟ ਜਿਹੜਾ ਸਾਡਾ ਮਾਈਂਡ ਹੈ, ਜਿੰਨੀਆਂ ਵੀ ਇੰਟਲੈਕਚੁਅਲ ਪਰਫੋਰਮੈਂਸ ਕਰਦਾ, ਠੀਕ ਹੈ, ਉਹ ਸਾਰੇ ਕੀ ਹੈਗੇ ਆ, ਐਨਾਲਿਸਿਸ ਦਾ ਹੀ ਪਾਰਟ ਹੈਗੇ ਆ। ਠੀਕ ਹੈ, ਸਾਡਾ ਮਾਈਂਡ ਕਿਵੇਂ ਸੋਚ ਰਿਹਾ, ਜਿੱਦਾਂ ਆਪਾਂ ਡੇਲੀ ਲਾਈਫ ਦੇ ਵਿੱਚ ਵੀ ਸੋਚਦੇ, ਕੋਈ ਵੀ ਪ੍ਰੋਬਲਮ ਸਾਡੇ ਅੱਗੇ ਆ ਜਾਂਦੀ, ਆਪਾਂ ਸੋਚਦੇ ਹਾਂ ਕਿ ਇਹਦਾ ਸਲਿਊਸ਼ਨ ਕੀ ਹੈ, ਕਿਵੇਂ ਆਪਾਂ ਜਿਹੜੀ ਹੈ ਇਹਨਾਂ ਨੂੰ ਸੋਲਵ ਕਰ ਸਕਦੇ ਹੈਗੇ ਆ। ਠੀਕ ਹੈ, ਉਹ ਸਾਰਾ ਕੀ ਹੈ ਐਨਾਲਿਸਿਸ ਦਾ ਹੀ ਪਾਰਟ ਹੁੰਦਾ। ਕਿਵੇਂ ਇੰਟਲੈਕਚੁਅਲ ਵੈਲਿਊ ਹੁੰਦੀ ਕਿ ਆਪਾਂ ਓਬਜ਼ਰਵ ਕਰਨੇ ਆ ਪਹਿਲਾਂ ਪ੍ਰੋਬਲਮ, ਫਿਰ ਉਹਨੂੰ ਮੈਮੋਰਾਈਜ਼ ਕਰਨ ਦੀ ਕੋਸ਼ਿਸ਼ ਕਰਨੇ ਆ, ਦੈਨ ਉਹਨੂੰ ਫਿਰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਨਾ। ਠੀਕ ਹੈ,
ਦੈਨ ਇਹ ਸਟੇਟਮੈਂਟ ਤੁਸੀਂ ਯਾਦ ਰੱਖ ਲਿਓ। ਦੈਨ ਇਹਦੇ ਯੂਜ਼ਸ ਕੀ ਹੈਗੇ, ਕਿੱਥੇ ਕਿੱਥੇ ਯੂਜ਼ ਹੁੰਦੀ ਹੈਗੀ, ਇਹ ਵੀ ਪੁੱਛਿਆ ਹੋਇਆ। ਜਿੱਦਾਂ ਕੁਐਸਚਨ ਦੇ ਵਿੱਚ ਪੁੱਛਿਆ ਨਾ ਕਿ ਜਮੈਟਰੀਕਲ ਥਿਓਰਮ ਨੂੰ ਪ੍ਰੂਵ ਕਰਨ ਲਈ ਕਿਹੜਾ ਮੈਥਡ ਜਿਹੜਾ ਬੈਸਟ ਹੈ, ਅਤੇ ਐਨਾਲਿਟਿਕ ਐਂਡ ਸਿੰਥੈਟਿਕ ਮੈਥਡ ਹੈ। ਅਤੇ ਇਹਦੇ ਯੂਜ਼ਸ ਦੇਖ ਲਓ। ਵੈਨ ਵੀ ਹੈਵ ਟੂ ਪ੍ਰੂਵ ਐਨੀ ਥਿਓਰਮ, ਅਗਰ ਕੋਈ ਥਿਓਰਮ ਨੂੰ ਪ੍ਰੂਵ ਕਰਨਾ। ਵੈਨ ਕੰਸਟਰਕਸ਼ਨ ਵਰਕ ਇਜ਼ ਟੂ ਬੀ ਡਨ ਇਨ ਜਮੈਟਰੀ, ਕੋਈ ਵੀ ਜਮੈਟਰੀਕਲ ਕੰਸਟਰਕਸ਼ਨ ਵਰਕ ਕਰਨਾ, ਦੈਨ ਐਨਾਲਿਟਿਕ ਐਂਡ ਸਿੰਥੈਟਿਕ ਮੈਥਡ ਦਾ ਯੂਜ਼ ਕੀਤਾ ਜਾਂਦਾ, ਐਨਾਲਿਟਿਕ ਮੈਥਡ ਦਾ ਯੂਜ਼ ਕੀਤਾ ਜਾਂਦਾ। ਅਗਰ ਥਰਡ ਹੈ ਇਹਦਾ, ਵੈਨ ਵੀ ਹੈਵ ਟੂ ਫਾਈਂਡ ਆਊਟ ਸੋਲਿਊਸ਼ਨ ਆਫ ਸੇਮ ਨਿਊ ਅਰਥਮੈਟਿਕ ਪ੍ਰੋਬਲਮਸ, ਅਗਰ ਅਰਥਮੈਟਿਕ ਪ੍ਰੋਬਲਮਸ ਨੂੰ ਫਾਈਂਡ ਕਰਨਾ ਦੈਨ ਉਹਦੇ ਲਈ ਵੀ ਐਨਾਲਿਟਿਕ ਮੈਥਡ ਬੈਸਟ ਹੈ। ਇਸ ਤੋਂ ਬਾਅਦ ਹੈ ਸਿੰਥੈਟਿਕ ਮੈਥਡ। ਸਾਰਿਆਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸਿੰਥੈਟਿਕ ਮੈਥਡ ਨੂੰ ਡਿਸਕਵਰ ਕਿਹਨੇ ਕੀਤਾ, ਇਹਨੂੰ ਕੀਤਾ ਇਸੈਕ ਨਿਊਟਨ ਨੇ। ਓਕੇ, ਅੱਛਾ ਇਹ ਕੀ ਹੈਗਾ, ਇਹ ਐਨਾਲਿਟਿਕ ਦਾ ਰਿਵਰਸ ਪਾਰਟ ਹੈ। ਐਨਾਲਿਟਿਕ ਦੇ ਵਿੱਚ ਕੀ ਕਰਨਾ, ਆਪਾਂ ਛੋਟੇ ਛੋਟੇ ਪਾਰਟ ਦੇ ਵਿੱਚ ਸਟੇਟਮੈਂਟ ਨੂੰ ਡਿਵਾਈਡ ਕਰਨਾ, ਦੈਨ ਉਹਨੂੰ ਰੀਕੰਬਾਈਨ ਕਰਕੇ ਸੋਲਿਊਸ਼ਨ ਫਾਈਂਡ ਕਰਨਾ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਆਪਾਂ ਕੀ ਕਰਨੇ ਹੈਗੇ ਆ, ਸੈਪਰੇਟ ਪਾਰਟਸ ਨੂੰ, ਠੀਕ ਹੈ, ਸੈਪਰੇਟ ਪਾਰਟਸ ਦੇ ਵਿੱਚ ਕੋਈ ਚੀਜ਼ ਸਾਨੂੰ ਛੋਟੇ ਛੋਟੇ ਪਾਰਟਸ ਦੇ ਵਿੱਚ ਦਿੱਤੀ ਹੋਈ ਹੈ, ਸੈਪਰੇਟ ਪਾਰਟਸ, ਉਹਨਾਂ ਨੂੰ ਆਪਾਂ ਜੁਆਇਨ ਕਰਨੇ ਆ, ਠੀਕ ਹੈ, ਕੰਬਾਈਨ ਕਰਨੇ ਆ। ਐਨਾਲਿਟਿਕ ਮੈਥਡ ਦੇ ਵਿੱਚ ਹੀ ਆਪਾਂ ਛੋਟੇ ਛੋਟੇ ਪਾਰਟ ਦੇ ਵਿੱਚ ਡਿਵਾਈਡ ਕਰਕੇ ਦੈਨ ਫਾਈਂਡ ਕਰਨੇ ਆ। ਇਹਦੇ ਵਿੱਚ ਆਪਾਂ ਕੀ ਪਾਰਟਸ ਨੂੰ ਆਪਾਂ ਕੰਬਾਈਨ ਕਰਨੇ ਆ, ਜੁਆਇਨ ਕਰਨੇ ਆ। ਸਿੰਥੈਸਿਸ ਮੀਨਸ ਟੂ place together things that are apart or to join separate parts, ਠੀਕ ਹੈ। ਸਿੰਥੈਸਿਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਛੋਟੇ ਪਾਰਟਸ ਨੂੰ ਆਪਸ ਵਿੱਚ ਜੁਆਇਨ ਕਰਨਾ, ਠੀਕ ਹੈ। ਕਹਿੰਦਾ ਇਨ ਦਿਸ ਮੈਥਡ ਵੀ ਪ੍ਰੋਸੀਡ ਫਰੋਮ ਨਾਊਨ ਟੂ ਅਨਾਊਨ ਔਰ ਵੀ ਸਟਾਰਟ ਵਿਦ ਹਾਈਪੋਥੈਸਿਸ ਐਂਡ ਐਂਡ ਵਿਦ ਕਨਕਲੂਜਨ। ਇਸ ਮੈਥਡ ਦੇ ਵਿੱਚ ਕੀ ਕਰਨੇ ਆਪਾਂ, ਸਾਨੂੰ ਕੁਛ ਚੀਜ਼ ਪਤਾ ਹੁੰਦਾ, ਜਿਹਦਾ ਸਾਨੂੰ ਪਤਾ ਹੁੰਦਾ ਉਹਦੇ ਤੋਂ ਆਪਾਂ ਅਨਨੋਨ ਚੀਜ਼ਾਂ ਵੱਲ ਜਾਂਦੇ, ਜੋ ਸਾਨੂੰ ਨਹੀਂ ਪਤਾ, ਠੀਕ ਹੈ। ਮਤਲਬ ਆਪਾਂ ਕੀ ਕਰਨਾ, ਪਹਿਲਾਂ ਅਨੁਮਾਨ ਲਗਾਉਂਦੇ, ਹਾਈਪੋਥੈਸਿਸ ਲਗਾਉਂਦੇ, ਦੈਨ ਉਹ ਕਨਕਲੂਜ਼ਨ ਤੱਕ ਪੁੱਜਣੇ ਕੋਈ। ਜਿੱਦਾਂ ਆਪਾਂ ਮੈਥ ਦੇ ਵਿੱਚ ਥਿਊਰਮ ਲੈਂਦੇ ਹਾਂ, ਉਹਨੂੰ ਪ੍ਰੂਵ ਕਰਨ ਦੇ ਲਈ ਪਹਿਲਾਂ ਆਪਾਂ ਕੁਛ ਅਜ਼ਿਊਮ ਕਰ ਲੈਂਦੇ ਹਾਂ, ਠੀਕ ਹੈ, ਅਜ਼ਿਊਮ ਕਰਨੇ ਆ, ਦੈਨ ਫਿਰ ਲਾਸਟ 'ਚ ਆਪਾਂ ਕਨਕਲੂਜ਼ਨ ਕਰਨੇ, ਉਹੀ ਰਿਜ਼ਲਟ ਜਦੋਂ ਫਾਈਂਡ ਆ ਜਾਂਦਾ, ਪ੍ਰੈਡਿਕਸ਼ਨ। ਸਾਇੰਸ ਦੇ ਵਿੱਚ ਵੀ ਆਪਾਂ ਇੱਦਾਂ ਹੀ ਕਰਨੇ, ਕੋਈ ਵੀ ਐਕਸਪੈਰੀਮੈਂਟ ਕਰਨਾ ਦੈਨ ਸਾਨੂੰ ਪਹਿਲਾਂ ਅਨੁਮਾਨ ਲਗਾਉਂਦੇ ਹਾਂ, ਹਾਈਪੋਥੈਸਿਸ ਲਗਾਉਂਦੇ ਹਾਂ, ਪ੍ਰੈਡਿਕਸ਼ਨ ਕਰ ਲੈਂਦੇ ਹਾਂ, ਦੈਨ ਲਾਸਟ 'ਤੇ ਆਪਾਂ ਕੀ ਹੈ ਕਨਕਲੂਜ਼ਨ ਤੱਕ ਪਹੁੰਚ ਜਾਂਦੇ, ਜਦੋਂ ਉਹ ਪੂਰਾ ਐਕਸਪੈਰੀਮੈਂਟ ਦਾ ਰਿਜ਼ਲਟ ਸਾਡੇ ਹੱਥ 'ਚ ਆਉਂਦਾ ਹੈ। ਓਕੇ, ਇਸ ਤੋਂ ਬਾਅਦ ਆਪਣਾ ਆਈ ਹੋਪ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਏਗਾ। ਅਗਰ ਨਹੀਂ ਹੋਇਆ ਤਾਂ ਮੈਂ ਇਹਦੀ ਸੈਪਰੇਟ ਵੀਡੀਓ ਵੀ ਬਣਾ ਕੇ ਪਾ ਦਾਂਗੀ, ਪਹਿਲਾਂ ਇਹ ਸਾਰੇ ਪ੍ਰੀਵੀਅਸ ਈਅਰ ਕੁਐਸਚਨ ਹੋ ਜਾਣ ਕੰਪਲੀਟ। ਇਸ ਤੋਂ ਬਾਅਦ ਹੈ 12 ਨੰਬਰ ਕੁਐਸਚਨ ਹੈ, ਅ ਸਾਇੰਟੀਫਿਕ ਇਵੈਲੂਏਸ਼ਨ ਪ੍ਰੋਸੀਜਰ ਫॉर मैथमेटिक्स स्टूडेंट्स इज़ बेस्ड ऑन ए ऑब्जेक्टिव टाइप टेस्ट, बी ऐसे टाइप टेस्ट, ऐसे टाइप क्वेश्चंस, सी ओरल टेस्टिंग, डी ऑल ऑफ दीज। देखो कहना साइंटिफिक इवैल्यूएशन ਜਿਹੜਾ ਪ੍ਰੋਸੀਜਰ ਹੈ ਉਹ ਫॉर मैथमेटिक्स स्टूडेंट्स, ਜਿਹੜੇ ਆਪਾਂ ਮੈਥਮੈਟਿਕਸ ਸਟੂਡੈਂਟਸ ਦੇ ਲਈ ਜਿਹੜੀ ਹੈ ਆਪਾਂ ਸਾਇੰਟੀਫਿਕ ਇਵੈਲੂਏਸ਼ਨ ਕਰਨੀ ਹੈਗਾ, ਸਟੂਡੈਂਟ ਦੀ ਆਪਾਂ ਇਵੈਲੂਏਸ਼ਨ ਕਰਨੀ ਹੈ ਨਾ, ਜਿਹੜੀ ਸਾਇੰਟੀਫਿਕ ਇਵੈਲੂਏਸ਼ਨ ਹੈ ਉਹ ਕਿਸ ਜਿਹੜਾ ਪ੍ਰੋਸੀਜਰ ਹੈ ਪੂਰਾ ਕਿਹਦੇ ਬੇਸਡ ਹੈਗਾ, ਓਬਜੈਕਟਿਵ ਬੇਸਡ ਹੈਗਾ, ਐਸੇ ਟਾਈਪ ਹੈ, ਓਰਲ ਹੈ ਜਾਂ ਡੀ। ਦੇਖੋ ਆਪਾਂ ਇਵੈਲੂਏਸ਼ਨ ਜਿਹੜੀ ਆ ਓਬਜੈਕਟਿਵ ਟਾਈਪ ਕੁਐਸਚਨਸ ਦੇ ਥਰੂ ਵੀ ਕਰਨੇ ਆ, ਐਸੇ ਟਾਈਪ ਦੇ ਵਿੱਚ ਵੀ ਐਂਡ ਓਰਲ ਵੀ ਆਪਾਂ ਉਹਨਾਂ ਨੂੰ ਉਹਦੀ ਇਵੈਲੂਏਸ਼ਨ ਕਰ ਰਹੇ ਹੁੰਦੇ ਹਾਂ, ਓਬਜੈਕਟਿਵ ਟਾਈਪ ਦੇ ਕੁਐਸਚਨ ਦੇ ਵਿੱਚ ਵੀ ਔਰ ਐਸੇ ਟਾਈਪਸ ਵੀ। ਇਹਦਾ ਆਨਸਰ ਆ ਜਾਣਾ ਡੀ। ਓਕੇ, ਔਰ ਇਹ ਜਿਹੜੇ ਸਾਰੇ ਟਾਈਪਸ ਹੈਗੇ ਆ ਇਹ ਵੀ ਤੁਹਾਨੂੰ ਸਾਰੇ ਕਲੀਅਰ ਹੋਣੇ ਚਾਹੀਦੇ ਆ, ਠੀਕ ਹੈ। ਇਹਦੀ ਅਲੱਗ ਤੋਂ ਮੈਂ ਵੀਡੀਓਜ਼ ਦਾ ਪਾ ਦਾਂਗੀ, ਜਾਂ ਕੋਈ ਵੀ ਅਟੈਚਮੈਂਟ ਹੋਏਗੀ ਮੈਂ ਤਾਂ ਉਹ ਐਡ ਕਰ ਦਾਂਗੀ ਨਾਲ। ਇਸ ਤੋਂ ਬਾਅਦ 30 ਨੰਬਰ ਕੁਐਸਚਨ ਹੈ, ਜੋ ਇੰਪੋਰਟੈਂਟ ਹੈਗਾ ਦੱਸਣ ਵਾਲਾ ਉਹ ਮੈਂ ਸਾਰਾ ਤੁਹਾਨੂੰ ਦੱਸ ਦੇਂਗੀ ਨਾਲ ਹੀ। Mathematics formulae can be deduced by A. Inductive method, B. Deductive method, C. Laboratory method, D. Discussion method। ਦੇਖੋ ਕਹਿੰਦਾ ਮੈਥਮੈਟਿਕਸ ਜਿਹੜੇ ਫੋਰਮੂਲੇਸ ਹੈਗੇ ਆ
ਉਹ ਕਿਸ ਮੈਥਡ ਦੇ ਥਰੂ ਡਿਡਕਟ ਕੀਤੇ ਜਾਂਦੇ ਆ, ਫਾਈਂਡ ਕੀਤੇ ਜਾਂਦੇ ਆ। ਠੀਕ ਹੈ, ਉਹ ਕੀਤੇ ਜਾਂਦੇ ਆ ਇੰਡਕਟਿਵ ਮੈਥਡ ਦੇ ਵਿੱਚ। ਠੀਕ ਹੈ, ਦੇਖੋ ਹੁਣ ਇੱਥੇ 4 ਓਪਸ਼ਨ ਸੀਗੀਆਂ, ਇਹਦਾ ਰਾਈਟ ਆਨਸਰ ਤੇ ਏ ਆ ਗਿਆ। ਇਹਦੇ ਵਿੱਚੋਂ ਮੈਂ ਤੁਹਾਡੇ ਨਾਲ ਲੈਬੋਰਟਰੀ ਮੈਥਡ ਡਿਸਕਸ ਕਰਤਾ। ਹੁਣ ਇੰਡਕਟਿਵ ਮੈਥਡ, ਡਿਡਕਟਿਵ ਮੈਥਡ, ਡਿਸਕਸ਼ਨ ਮੈਥਡ, ਇਹ 3 ਮੈਥਡ ਹੈਗੇ ਆ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਸਾਰਿਆਂ ਨਾਲੋਂ ਪਹਿਲਾਂ ਆਪਾਂ ਦੇਖਣੀ ਆ ਇੰਡਕਟਿਵ ਮੈਥਡ। ਦੇਖੋ ਇੰਡਕਟਿਵ ਐਂਡ ਡਿਡਕਟਿਵ ਮੈਥਡ, ਇਹ ਵੀ ਦੋਨੋਂ ਜਿਹੜੇ ਆ ਇੱਕ ਦੂਜੇ ਦੇ ਨਾਲ ਰਿਲੇਟ ਕਰਦੇ ਹੈਗੇ ਆ। ਠੀਕ ਹੈ, ਸਾਰਿਆਂ ਨਾਲੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਇਹਦੀ ਡਿਸਕਵਰੀ, ਇਹਨਾਂ ਨੂੰ ਕਿੰਨੇ ਫਾਈਂਡ ਕੀਤਾ ਹੋਇਆ। ਠੀਕ ਹੈ, ਇੰਡਕਟਿਵ ਮੈਥਡ ਫਾਈਂਡ ਕੀਤਾ ਹੋਇਆ ਬੈਕਨ ਪੈਸਟਾਲੋਜੀ ਨੇ। ਠੀਕ ਹੈ, ਅਗਰ ਓਪਸ਼ਨ ਦੇ ਵਿੱਚ ਬੈਕਨ ਦਿੱਤਾ ਹੋਏ ਤਾਂ ਵੀ ਰਾਈਟ ਹੈ, ਅਗਰ ਪੈਸਟਾਲੋਜੀ ਦਿੱਤਾ ਹੋਏ ਤਾਂ ਵੀ ਠੀਕ ਹੈ। ਦੋਨਾਂ 'ਚ ਇੱਕ ਗਿਵਨ ਹੋਣਾ ਚਾਹੀਦਾ। ਠੀਕ ਹੈ, ਐਂਡ ਡਿਡਕਟਿਵ ਮੈਥਡ ਦਿੱਤਾ ਹੋਇਆ ਐਰਿਸਟੋਟਲ ਨੇ। ਡਿਡਕਟਿਵ ਮੈਥਡ ਕਿਹਨੇ ਦਿੱਤਾ ਹੋਇਆ? ਐਰਿਸਟੋਟਲ ਨੇ। ਓਕੇ, ਹੁਣ ਇਹਦੀ ਆਪਾਂ ਡਿਫਰੈਂਸ ਦੇ ਥਰੂ ਦੇਖਣੀ ਆ। ਇੰਡਕਟਿਵ ਮੈਥਡ ਕੀ ਹੈ? ਐਗਜ਼ਾਮਪਲ ਟੂ ਰੂਲ। ਇੰਡਕਟਿਵ ਮੈਥਡ ਦੇ ਵਿੱਚ ਕੀ ਕਰਨਾ ਆਪਾਂ, ਪਹਿਲਾਂ ਸਟੂਡੈਂਟਸ ਨੂੰ ਜਿਹੜੀਆਂ ਐਗਜ਼ਾਮਪਲਸ ਕਰਵਾਈਆਂ ਜਾਂਦੀਆਂ, ਫਿਰ ਦੈਨ ਸਟੂਡੈਂਟ ਜਿਹੜੇ ਆ ਆਪਣੇ ਰੂਲ ਖੁਦ ਬਣਾਉਂਦੇ ਆ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਐਕਟਿਵਲੀ ਸਟੂਡੈਂਟ ਪਾਰਟੀਸਪੇਟ ਕਰ ਰਿਹਾ ਹੁੰਦਾ। ਠੀਕ ਹੈ, ਪਹਿਲਾਂ ਸਟੂਡੈਂਟ ਨੂੰ ਕੀ ਕੀਤਾ ਜਾਂਦਾ, ਕੌਨਕਰੀਟ ਟੂ ਅਬਸਟਰੈਕਟ, ਸਿੰਪਲ ਟੂ ਕੰਪਲੈਕਸ। ਠੀਕ ਹੈ, ਕੌਨਕਰੀਟ ਟੂ ਅਬਸਟਰੈਕਟ ਦਾ ਮਤਲਬ ਪਹਿਲਾਂ ਉਹਨੂੰ ਮੂਰਤ ਚੀਜ਼ਾਂ, ਮਤਲਬ ਜੋ ਰੀਅਲ ਦੇ ਵਿੱਚ ਓਬਜੈਕਟ ਹੈਗੇ ਆ ਉਹ ਦਿਖਾਏ ਜਾਂਦੇ ਆ। ਫਿਰ ਉਹਨੂੰ ਜੋ ਅਮੂਰਤ ਮਤਲਬ ਪ੍ਰੈਡਿਕਸ਼ਨ ਕਰਨਾ, ਅਨੁਮਾਨ ਲਗਾਉਣਾ, ਕਾਲਪਨਿਕ ਚੀਜ਼ਾਂ ਤੱਕ ਫਿਰ ਲਿੱਤਾ ਜਾਂਦਾ ਕਿ ਜੋ ਉਹਦੇ ਸਾਹਮਣੇ ਦਿਖਾਈ ਨਹੀਂ ਦੇ ਰਿਹਾ। ਠੀਕ ਹੈ, ਉਹ ਚੀਜ਼ ਬਾਅਦ 'ਚ ਪਹਿਲਾਂ ਉਹਨੂੰ ਜਿਹੜੀਆਂ ਰੀਅਲ ਵਰਡਸ ਨਾਲ, ਰੀਅਲ ਵਰਡਸ ਜੋ ਚੀਜ਼ਾਂ, ਰੀਅਲ ਓਬਜੈਕਟ ਹੈ ਜਿਹਨਾਂ ਨੂੰ ਆਪਾਂ ਹੱਥ ਵਿੱਚ ਪਕੜ ਸਕਦੇ ਹਾਂ, ਸਾਹਮਣੇ ਦਿਖ ਸਕਦੇ ਹਾਂ, ਪਹਿਲਾਂ ਉਹ ਚੀਜ਼ਾਂ ਦੇ ਬਾਰੇ ਉਹਨੂੰ ਦੱਸਿਆ ਜਾਂਦਾ। ਦੈਨ ਉਹਨੂੰ ਬਾਕੀ ਜੋ ਨਹੀਂ ਦਿਖਾਈ ਦੇ ਰਿਹਾ ਸਾਨੂੰ, ਜਿੱਦਾਂ ਹਵਾ ਨਹੀਂ ਦਿਖਾਈ ਦੇ ਰਹੀ, ਠੀਕ ਹੈ, ਫਿਰ ਉਹਨੂੰ ਉਹ ਚੀਜ਼ਾਂ ਤੱਕ ਜਿਹੜੀਆਂ ਕਰਵਾਈਆਂ ਜਾਂਦੀਆਂ। ਇਸੇ ਤਰ੍ਹਾਂ ਹੀ ਇੰਡਕਟਿਵ ਮੈਥਡ ਦੇ ਵਿੱਚ ਸਿੰਪਲ ਟੂ ਕੰਪਲੈਕਸ, ਪਹਿਲਾਂ ਸਿੰਪਲ ਚੀਜ਼ਾਂ ਉਹਨੂੰ ਦੱਸੀਆਂ ਜਾਂਦੀਆਂ, ਦੈਨ ਫਿਰ ਉਹਨੂੰ ਕੰਪਲੈਕਸ ਡਿਫੀਕਲਟ ਚੀਜ਼ਾਂ ਫਿਰ ਕਰਵਾਈਆਂ ਜਾਂਦੀਆਂ। ਠੀਕ ਹੈ, ਫਿਰ ਨਾਊਨ ਟੂ ਅਨਨਾਊਨ, ਮਤਲਬ ਜੋ ਉਹਨੂੰ ਪਹਿਲਾਂ, ਜੋ ਉਹਦੀ ਨੌਲੇਜ ਦੇ ਵਿੱਚ ਪਹਿਲਾਂ ਹੈਗੀ ਹੈ। ਠੀਕ ਹੈ, ਫਿਰ ਉਹਦੇ ਤੋਂ ਆਪਾਂ ਅਨਨਾਊਨ, ਜੋ ਚੀਜ਼ਾਂ ਨਹੀਂ ਪਤਾ ਉਹਨੂੰ, ਉੱਥੋਂ ਤੱਕ ਜਿਹੜਾ ਉਹ ਕਰਵਾਇਆ ਜਾਂਦਾ। ਇਸ ਤੋਂ ਬਾਅਦ 5th ਹੈ ਸਪੈਸੀਫਿਕ ਟੂ ਜਰਨਲ। ਓਕੇ, ਇਸੇ ਤਰ੍ਹਾਂ ਹੀ ਡਿਡਕਟਿਵ ਦੇ ਵਿੱਚ ਇਹਦਾ ਉਲਟਾ ਹੋ ਜਾਏਗਾ। ਪਹਿਲਾਂ ਡਿਡਕਟਿਵ ਦੇ ਵਿੱਚ ਰੂਲ ਦੱਸੇ ਜਾਂਦੇ ਆ, ਦੈਨ ਫਿਰ ਉਹਨੂੰ ਐਗਜ਼ਾਮਪਲਸ ਕਰਵਾਈਆਂ ਜਾਂਦੀਆਂ। ਠੀਕ ਹੈ, ਮੈਥ ਦੇ ਵਿੱਚ ਪਹਿਲਾਂ ਆਪਾਂ, ਇਹ ਹਾਇਰ ਕਲਾਸਿਸ ਦੇ ਲਈ ਹੁੰਦਾ ਡਿਡਕਟਿਵ ਮੈਥਡ। ਡਿਡਕਟਿਵ ਮੈਥਡ ਦੇ ਵਿੱਚ ਆਪਾਂ ਜਦੋਂ +1 +2 ਜਾਂ 9th 10th ਦੇ ਵਿੱਚ ਕੀ ਕਰਨਾ, ਆਪਾਂ ਬੱਚੇ ਨੂੰ ਦੱਸ ਦਿੰਦੇ ਹਾਂ ਕਿ ਇਹ ਫੋਰਮੂਲਾ ਹੈਗਾ, ਇੱਦਾਂ ਸਮ ਨਿਕਲਣਾ ਹੈਗਾ। ਓਕੇ, ਇਹ ਫੋਰਮੂਲਾ ਦੱਸ ਦਿੰਦੇ ਹਾਂ, ਦੈਨ ਬੱਚਾ ਆਪਣੇ ਆਪ ਸੋਲਵ ਕਰ ਲੈਂਦਾ ਐਗਜ਼ਾਮਪਲਸ ਨੂੰ। ਠੀਕ ਹੈ, ਅਤੇ ਫਿਰ ਕੀ ਹੈ ਅਬਸਟਰੈਕਟ ਟੂ ਕੰਕਰੀਟ। ਇਹਦੇ ਵਿੱਚ ਕੀ ਹੈ, ਜਦੋਂ ਆਪਾਂ ਮੈਥ ਦੇ ਕੋਈ ਪ੍ਰੂਫ ਥਿਊਰਮਸ 9th 10th ਵਿੱਚ ਥਿਊਰਮਸ ਕਰਵਾਉਣੀਆਂ ਸਟਾਰਟ ਕਰ ਦਿੰਦੇ ਹਾਂ। ਠੀਕ ਹੈ, ਜਾਂ ਆਪਾਂ ਕੋਈ ਵੀ ਜਿਓਮੈਟ੍ਰਿਕ ਫਿਗਰ, ਕੰਸਟਰਕਸ਼ਨ, ਮੈਂਚੂਰੇਸ਼ਨ, ਦੈਨ ਪ੍ਰੋਫਿਟ ਲੋਸ, ਇਹ ਸਾਰਿਆਂ ਵਿੱਚ ਕੀ ਕਰਨੇ ਆਪਾਂ, ਕਈ ਵਾਰੀ ਪ੍ਰੋਫਿਟ ਲੋਸ ਦੇ ਵਿੱਚ ਆਪਾਂ ਕੋਸਟ ਨੂੰ ਲੈਟ ਕਰਕੇ ਚੱਲਦੇ ਹਾਂ ਕਿ 100 ਲੈਟ ਕਰ ਲੈਂਦੇ ਹਾਂ। ਠੀਕ ਹੈ, ਪ੍ਰੂਫ ਦੇ ਵਿੱਚ ਆਪਾਂ ਪਹਿਲਾਂ ਅਨੁਮਾਨ ਲਗਾ ਲੈਂਦੇ ਹਾਂ ਕਿ ਜੋ ਸਾਨੂੰ ਪਤਾ ਨਹੀਂ, ਅਜ਼ਿਊਮ ਕਰਕੇ ਚੱਲਦੇ ਹਾਂ, ਦੈਨ ਫਿਰ ਉਹਦਾ ਪ੍ਰੂਫ ਕਰਨੇ। ਠੀਕ ਹੈ, ਇਸੇ ਤਰ੍ਹਾਂ ਹੀ ਕੰਪਲੈਕਸ ਟੂ ਸਿੰਪਲ, ਕੰਪਲੈਕਸ ਚੀਜ਼ਾਂ ਤੋਂ ਆਪਾਂ ਸਿੰਪਲ ਦੀ ਤਰਫ ਚੱਲਦੇ ਹਾਂ ਇਹਦੇ ਵਿੱਚ। ਐਂਡ ਅਨਨਾਊਨ ਟੂ ਨਾਊਨ, ਜੋ ਚੀਜ਼ਾਂ ਸਾਨੂੰ ਪਤਾ ਨਹੀਂ, ਦੈਨ ਫਿਰ ਠੀਕ ਹੈ, ਫਿਰ ਉਹਦੇ ਤੋਂ ਸਟਾਰਟ ਕਰਕੇ ਜੋ ਸਾਨੂੰ ਪਤਾ ਹੈ, ਜਿੱਦਾਂ ਆਪਾਂ ਮੰਨ ਲਓ ਕੋਈ ਸਾਨੂੰ ਰੂਲ ਦੱਸਦਾ, ਰੂਲ ਸਾਨੂੰ ਪਤਾ ਲੱਗ ਗਿਆ, ਹੁਣ ਪੂਰੀ ਥਿਊਰਮ ਪ੍ਰੂਫ ਕਰਨੀ ਹੈਗੀ ਹੈ। ਠੀਕ ਹੈ, ਜਰਨਲ ਟੂ ਸਪੈਸੀਫਿਕ, ਮਤਲਬ ਸਧਾਰਨ ਤੋਂ ਜੋ ਚੀਜ਼ਾਂ ਸਾਨੂੰ ਪਤਾ ਹੈ, ਦੈਨ ਉਹ ਸਪੈਸੀਫਿਕ ਚੀਜ਼ਾਂ ਤੱਕ ਜਾਣਾ। ਠੀਕ ਹੈ, ਓਕੇ, ਛੇਵਾਂ ਪੁਆਇੰਟ ਹੈ ਯੂਜ਼ ਆਫ ਪ੍ਰਾਇਮਰੀ ਲੈਵਲ। ਠੀਕ ਹੈ, ਇਹ ਪ੍ਰਾਇਮਰੀ ਲੈਵਲ 'ਤੇ ਚੂਜ਼ ਹੁੰਦਾ, ਔਰ ਇਹ ਹਾਇਰ ਸੈਕੰਡਰੀ ਲੈਵਲ 'ਤੇ। ਇਹਦੇ ਵਿੱਚ ਜਿਹੜੇ ਹੈ 7th ਪੁਆਇੰਟ ਹੈਗਾ ਡਰੋ ਲਾਜ਼ ਔਰ ਫਾਰਮੂਲੇਸ ਬਾਈ ਐਕਟਿਵ ਪਾਰਟੀਸਪੇਸ਼ਨ ਆਫ ਸਟੂਡੈਂਟਸ। ਠੀਕ ਹੈ, ਇਹਦੇ ਵਿੱਚ ਜਦੋਂ ਬੱਚਾ ਖੁਦ ਆਪਣੇ ਲੋਜ਼ ਬਣਾਏਗਾ, ਫਾਰਮੂਲੇਸ ਬਣਾਏਗਾ, ਅਤੇ ਉਹਦੀ ਨੌਲੇਜ ਜਿਹੜੀ ਹੈ ਕੰਸਟਰਕਟ ਹੋਏਗੀ, ਜਿਹਦੇ ਵਿੱਚ ਬੱਚਾ ਐਕਟਿਵਲੀ ਪਾਰਟੀਸਪੇਟ ਕਰੇਗਾ। ਠੀਕ ਹੈ,
और ये पक्की पकाई खिचड़ी मिल रही है उन्होंने फॉर्मूले बने बनाए मिल रहे हैं और रूल्स बने बनाए मिल रहे हैं। बस बच्चे ने वो फॉर्मूला उठाना और एग्जाम्पल सॉल्व कर देना। तो ये की है स्पून फीडिंग हो जाती है। ठीक है, ये बच्चा पैसिवली पार्टिसिपेट कर रहा है। 8th आ गया हैबिट ऑफ डिस्कवरी डिवेलप इन स्टूडेंट। ओके, हैबिट जी डिस्कवरी की साइंटिफिक डिस्कवरी जी है डिस्कवरी की हैबिट डिवेलप होएगी क्योंकि बच्चा खुद ही तो रूल फाइंड करेगा ना, रूल्स बनाएगा। तो फिर वो की अंदर इन्वेंशन करने की जी विल्टी डिस्कवरी करने की विल्टी पैदा हो जाएगी। ये नहीं होंगी क्योंकि बच्चे सब कुछ बनया बनाया मिल रहा। 9th पॉइंट हैगा डिवेलप सैल्फ रिलायंस एंड सैल्फ कॉन्फिडेंस। ओके, सैल्फ कॉन्फिडेंस जो बच्चा खुद अपने रूल्स बनाएगा तो ओबवियसली वो जड़े सैल्फ कॉन्फिडेंस अपने आप पैदा हो जाएगा। ये नहीं होंगे। 10th पॉइंट है हेल्प इन डिस्कवरी न्यू नॉलेज। ठीक है, जो बच्चा खुद अपने रूल्स बना रहा है, फॉर्मूलेस बना रहा है तो वो अपने आप जी है नवी नॉलेज बनेगी दी डिस्कवरी होएगी। ये नाल जी नहीं होंगी। ये साइंटिफिक अप्रोच नाल मैथड है, ये नहीं है। ठीक है, इस तरह ही काफ़ी सारे हो रहा है। 1-2 पॉइंट हो रहा है जिदा स्टूडेंट सेंटर्ड है और ये टीचर सेंटर है क्योंकि इतने सारा स्टूडेंट वर्क कर रहा है और इतने टीचर। ठीक है, इतने टीचर ने रूल दसते स्टूडेंट को। ठीक है, इतने टीचर ने वर्क किया, इतने स्टूडेंट ने वर्क किया। बस यही कुछ पॉइंट्स गए, तुसीं नोट डाउन कर लियो। इस तो बाद जी अपनी आई होप तुहानूं ये सारा क्लीयर हो गया होना। तो इस तो बाद जी नैक्सट अपनी ऑप्शन सी, नैक्सट ऑप्शन है अपनी लेबोरेटरी मैथड हो गया, इंडक्टिव डिडक्टिव हो गया, डिस्कशन मैथड। डिस्कशन मैथड ओके, जो मेन मैथड है जिदा इंडक्टिव डिडक्टिव वो मैं तुहानूं करवाता, लेबोरेटरी मैथड करवाता। ठीक है, तो इस तो बाद आप नैक्सट क्वेश्चन की तरफ चलने हैं। नैक्सट क्वेश्चन अपना Who said 40 number question, who said mathematics is the gate and key of all sciences? A. Bacon, B. Pluto, C. Aryabhatta, D. Pythagoras। ओके, कहना मैथमैटिक्स जोड़ा की है एक गेट एंड की है ऑल साइंसिस की। मतलब मैथ जोड़ा हर टाइप के सबजैक्ट हर तरह के सबजैक्ट के जोड़ा यूज होता है। इस करके मैथ नूं की किया गया है, एक साइंस किया गया कि जो हर साइंस का की है एक गेट है एक की है। ठीक है, ये जी स्टेटमेंट दी किन्नी हुई है मेन सानू ये पता होना चाहिए। ये कहते हैं रॉगर बैकॉन ने, इत्थे बैकॉन दिता है, ये ऑप्शन राइट है। तो पूरा नाम है रॉगर बैकॉन। ओके, इस तो बाद नैक्सट क्वेश्चन है 15 हु सेड मैथमेटिक्स इज द मिरर ऑफ सिविलाइजेशन। ए. बैकॉन, बी. न्यूटन, सी. गैलीलियो, डी. हॉगमन। ओके, देखो ये स्टेटमेंट कहती है कि जो मैथमैटिक है वो मिरर है सिविलाइजेशन का। ठीक है, ये जी स्टेटमेंट है ये क्वेश्चन जो पहला भी मैं करवाया हुआ वो पूछा है कि जो सिविलाइजेशन है जोड़ा सिविलाइजेशन है वो किहदे नाल रिलेट करता, वो करता कल्चर के नाल। ठीक है, और ये जी स्टेटमेंट किन्ने कही है हॉगवर्न ने। आंसर आ जाएगा डी। ओके, दैन इस तो बाद नैक्सट क्वेश्चन अपना 60 नंबर क्वेश्चन है द प्रोजेक्ट मैथड ऑफ टीचिंग वाज डिवेलप्ड। ए. ब्लूम, बी. हार्वर्ड, सी. जॉन डेवे, डी. किलपैट्रिक। ओके, कहना प्रोजेक्ट मैथड जोड़ा किन्ने डिस्कवर किया होया, प्रोजेक्ट मैथड को डिस्कवर किया होया किलपैट्रिक ने। किन्ने डिस्कवर किया होया, किलपैट्रिक ने। ओके, इत्थे सानू प्रोजेक्ट मैथड भी पढ़न की लोड़ है। प्रोजेक्ट मैथड हुंदा की है, प्रोजेक्ट मैथड की हैगा। ओके, ये भी मैं तुहानू करवा देनी इत्थे। देखो प्रोजेक्ट मैथड की है, प्रोजेक्ट मैथड सानू पता होना चाहिए कि पहला इन्हें डिस्कवर किन्ने किया होया। डिस्कवर किया होया विलियम किलपैट्रिक ने। किन्ने किया होया, विलियम किलपैट्रिक ने। ओके, प्रोजेक्ट मैथड किन्ने डिस्कवर किया, विलियम किलपैट्रिक ने। ये तुहानू पता होना चाहिए, पेपर में पूछा जाता है। इस तो बाद जिहड़ियां प्रोजेक्ट मैथड के रिलेटेड जिहड़ियां स्टेटमेंट्स दित्तियां होईयां ना, जिद्दां जॉन डेवे ने, डॉक्टर किलपैट्रिक ने, एंड दैन इस तो बाद इत्थे आ गई स्टीवनसन ने। ये 3 स्टेटमेंट है, ये रिलेटेड भी क्वेश्चन पूछे हुए हैं। ठीक है, इस करके तीनों स्टेटमेंट मैं करवा रही हाँ, ये नोट डाउन कर लियो, इंपोर्टेंट है, ये पेपर च आए हुए हैं। किलपैट्रिक ने जी ये स्टेटमेंट दी हुई है पेपर च आई हुई है। ठीक है,
सब ਤੋਂ ਪਹਿਲਾਂ ਜੌਨ ਡੈਵੀ ਨੇ ਕਿਹਾ ਕੰਸੀਡਰ ਦੈਟ ਮਾਈਂਡ ਇਜ਼ ਅ ਪ੍ਰੋਡਕਟ ਆਫ ਐਕਟੀਵਿਟੀ ਡਿਵੈਲਪ ਥਰੂ ਐਕਟੀਵਿਟੀ। ਜੌਨ ਡੈਵੀ ਨੇ ਕਿਹਾ ਕਿ ਜਿਹੜਾ ਮਾਈਂਡ ਆਪਣਾ ਉਹ ਇੱਕ ਪ੍ਰੋਡਕਟ ਆਫ ਐਕਟੀਵਿਟੀ ਹੈ, ਮਤਲਬ ਕੁਛ ਨਾ ਕੁਛ ਕਾਫੀ ਸਾਰੀਆਂ ਐਕਟੀਵਿਟੀਆਂ ਦਾ ਇੱਕ ਪ੍ਰੋਡਕਟ ਹੈਗਾ ਆਪਣਾ ਮਾਈਂਡ ਜਿਹੜਾ, ਜੋ ਕਿ ਜਿੱਦਾਂ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਉਹਦੇ ਥਰੂ ਜਿਹੜੀ ਹੈ ਕੋਈ ਵੀ ਐਕਟੀਵਿਟੀ ਕਰ ਰਹੇ ਹਾਂ, ਚਾਹੇ ਡੇਲੀ ਲਾਈਫ ਦੀ ਕੋਈ ਹੋਏ, ਕਈ ਫੈਮਿਲੀ ਦੀ ਹੋਏ, ਸਟੱਡੀ ਦੀ ਹੋਏ, ਉਹਦੇ ਥਰੂ ਜਿਹੜੀ ਹੈ ਸਾਡੇ ਅੰਦਰ ਸਾਡਾ ਜਿਹੜਾ ਮਾਇੰਡ ਵਿੱਚ ਕੀ ਹੈ ਇੱਕ ਪ੍ਰੋਡਕਟ ਬਣ ਜਾਂਦਾ ਉਹਨਾਂ ਸਾਰੀਆਂ ਐਕਟੀਵਿਟੀਜ਼ ਦਾ। ਠੀਕ ਹੈ, ਉਹ ਕਿਹਦੇ ਥਰੂ ਆਉਂਦੀ ਹੈ, ਐਕਟੀਵਿਟੀ ਦੇ ਥਰੂ। ਓਕੇ, ਲਾਈਨ ਕਿਹਦੀ ਹੈ, ਜੌਨ ਡੈਵੀ ਨੇ, ਇਹ ਨੋਟ ਡਾਊਨ ਜ਼ਰੂਰ ਕਰ ਲੈਣਾ। ਸਿੱਧੀ ਲਾਈਨ ਪੁੱਛ ਲਈ ਜਾਂਦੀ ਹੈ ਕਿ ਇਹ ਕਿੰਨੀ ਕਹੀ ਹੋਈ ਹੈ। ਇਸ ਤੋਂ ਬਾਅਦ ਹੈ ਕਿਲਪੈਟਰਿਕ। ਡਾਕਟਰ ਕਿਲਪੈਟਰਿਕ ਨੇ ਕੀ ਕਿਹਾ ਕਿ ਡਾਕਟਰ ਕਿਲਪੈਟਰਿਕ ਦੇ ਦੁਆਰਾ ਜਿਹੜਾ ਪ੍ਰੋਜੈਕਟ ਮੈਥਡ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਉਹ ਕੀ ਹੈ, ਅ ਪ੍ਰੋਜੈਕਟ ਇਜ਼ ਅ ਯੂਨਿਟ ਆਫ ਹੋਲ ਹਾਰਟਡ ਪਰਪਸਫੁਲੀ ਐਕਟੀਵਿਟੀ ਕੈਰੀਡ ਔਨ ਪ੍ਰਫੇਬਲੀ ਇਨ ਇਟਸ ਨੈਚੁਰਲ ਸੈਟਿੰਗ। ਕੀ ਕਹਿ ਰਿਹਾ, ਕਹਿੰਦਾ ਕਿ ਜਿਹੜਾ ਇੱਕ ਪ੍ਰੋਜੈਕਟ ਹੈ ਉਹ ਇੱਕ ਯੂਨਿਟ ਆਫ ਹੈ ਜੋ ਕਿ ਦਿਲੋਂ ਕੀਤੀ ਜਾਣ ਵਾਲੀ ਕੋਈ ਮੇਨ ਮਕਸਦ ਲਈ, ਪਰਪਸਫੁਲੀ ਮਤਲਬ ਕਿਸੇ ਓਬਜੈਕਟਿਵ ਦੇ ਲਈ ਜਿਹੜੀ ਹੈ ਇੱਕ ਨੈਚੁਰਲ ਸੈਟਿੰਗ ਦੇ ਵਿੱਚ ਨੈਚੁਰਲ ਓਬਜੈਕਟ ਦੇ ਥਰੂ ਪਰਫੋਰਮ ਕੀਤੀ ਜਾ ਰਹੀ ਹੈ। ਠੀਕ ਹੈ, ਉਹ ਹੈ ਇੱਕ ਪ੍ਰੋਜੈਕਟ ਮੈਥਡ, ਪ੍ਰੋਜੈਕਟ। ਠੀਕ ਹੈ, ਆਪਾਂ ਐਕਸਪੈਰੀਮੈਂਟ ਪਰਫੋਰਮ ਕਰਨੇ ਆ, ਠੀਕ ਹੈ, ਕਿਸੇ ਪਰਪਸ ਦੇ ਲਈ ਕਰਨੇ ਆ, ਅਤੇ ਉਹ ਇੱਕ ਨੈਚੁਰਲ ਓਬਜੈਕਟ ਦੇ ਥਰੂ ਕਰਨੇ ਆ। ਠੀਕ ਹੈ, ਅਤੇ ਇਹੀ ਇਸ ਸਟੇਟਮੈਂਟ ਦਾ ਮੀਨਿੰਗ ਹੈਗਾ। ਅਤੇ ਇਹ ਕਿੰਨੀ ਸਟੇਟਮੈਂਟ ਕਿਹਦੀ ਹੈ, ਡਾਕਟਰ ਕਿਲਪੈਟਰਿਕ ਨੇ। ਇਹ ਪਤਾ ਹੋਣਾ ਚਾਹੀਦਾ, ਇੰਪੋਰਟੈਂਟ ਹੈ, ਪੇਪਰ 'ਚ ਆਈ ਹੋਈ ਹੈ। ਇਸ ਤੋਂ ਬਾਅਦ ਹੈ ਸਟੈਵਨਸਨ। ਸਟੈਵਨਸਨ ਨੇ ਕੀ ਕਿਹਾ, ਸਟੈਵਨਸਨ ਨੇ ਕਿਹਾ ਅ ਪ੍ਰੋਬਲਮੈਟਿਕ ਐਕਟ ਕੈਰੀਡ ਔਨ ਪਰਫੇਬਲੀ ਇਨ ਇਟਸ ਨੈਚੁਰਲ ਸੈਟਿੰਗ। ਠੀਕ ਹੈ, ਕਹਿੰਦੇ ਇੱਕ ਪ੍ਰੋਬਲਮੈਟਿਕ ਐਕਟ ਹੈਗੀ ਹੈ ਜੋ ਆਪਾਂ ਕੀ ਕਰਨਾ, ਨੈਚੁਰਲ ਸੈਟਿੰਗ ਦੇ ਵਿੱਚ ਪਰਫੋਰਮਡ ਕਰਨੀ ਹੈਗੀ ਆ। ਠੀਕ ਹੈ, ਇਹ ਲਾਈਨ ਕਿੰਨੇ ਕਹੀ ਹੋਈ ਹੈ, ਸਟੈਵਨਸਨ ਨੇ। ਇਹ ਵੀ ਨੋਟ ਕਰ ਲਿਓ, ਇਹ ਵੀ ਪੁੱਛੀ ਜਾ ਸਕਦੀ ਹੈ ਪੇਪਰਸ ਦੇ ਵਿੱਚ। ਓਕੇ, ਇਸ ਤੋਂ ਬਾਅਦ ਹੈ ਟਾਈਪਸ ਕਿਹੜੇ ਹੈਗੇ ਆ, ਟਾਈਪਸ ਆਫ ਪ੍ਰੋਜੈਕਟ ਕਿਹੜੇ ਆ, ਦੋ ਤਰ੍ਹਾਂ ਦੀ ਹੈ। ਇੱਕ ਜਰਨਲ ਟਾਈਪ ਜਿਹੜੇ ਨੇ ਦੋ ਤਰ੍ਹਾਂ ਹੈ, ਇੰਡੀਵਿਜੂਅਲ ਪ੍ਰੋਜੈਕਟ ਐਂਡ ਗਰੁੱਪ ਪ੍ਰੋਜੈਕਟ। ਔਰ ਅਕੋਰਡਿੰਗ ਟੂ ਕਿਲਪੈਟਰਿਕ ਦੇ ਅਕੋਰਡਿੰਗ ਕਿਹੜੇ ਆ, ਪ੍ਰੋਬਲਮੈਟਿਕ, ਕ੍ਰੀਏਟਿਵ, ਡਰਿਲ ਐਂਡ ਆਰਟਿਸਟਿਕ। ਠੀਕ ਹੈ, ਪ੍ਰੋਬਲਮੈਟਿਕ, ਕ੍ਰੀਏਟਿਵ, ਡਰਿਲ ਐਂਡ ਐਕਟਿਵ। ਓਕੇ, ਇਹ ਚਾਰ ਜਿਹੜੇ ਟਾਈਪਸ ਦਿੱਤੇ ਹੋਏ ਆ ਕਿਲਪੈਟਰਿਕ ਦੇ। ਠੀਕ ਹੈ, ਇਸ ਤੋਂ ਬਾਅਦ ਸਟੈਪ ਕਿਹੜੇ ਇਨਵੋਲਵਡ ਹੈਗੇ ਇਹਦੇ 'ਚ, ਸਟੈਪ ਇਨਵੋਲਵਡ ਹੈਗੀ ਹੈ ਪਹਿਲਾਂ ਪ੍ਰੋਵਾਈਡਿੰਗ ਅ ਪ੍ਰੋਬਲਮ, ਚੂਜ਼ਿੰਗ ਐਂਡ ਪ੍ਰਪੋਜ਼ਿੰਗ, ਥਰਡ ਹੈ ਪਲੈਨਿੰਗ ਦਾ ਪ੍ਰੋਜੈਕਟ, ਸੀ डी है एक्सक्यूशन ऑफ प्रोजैक्ट, फिफ्थ है इवैल्यूएशन ऑफ दी प्रोजैक्ट। ठीक है, ये पांच चीज़ें स्टैप हैगे है, ये फॉलो करने पैंदे सानू प्रोजैक्ट, कोई भी प्रोजैक्ट परफॉर्म करना, कोई भी एक्सपैरीमेंट करना। सारे नाल पहला आपां प्रॉब्लम नू फाइंड करने आ, दैन फिर आपां चूज़ करने आ, प्रपोजिंग करने आ, मतलब असें उस एक्सपैरीमेंट नू परफॉर्म करन लई किहड़े ऑब्जैक्ट चाहिए है। ठीक है, ਉਹ ਸਾਰੇ ਆਪਾਂ ਨੂੰ ਚੂਜ਼ ਕਰਨੇ ਪੈਂਦੇ ਆ। ਫਿਰ ਪਲੈਨਿੰਗ ਕਰਨੀ ਪੈਂਦੀ ਹੈ ਕਿ ਕਿਹੜੇ ਮੈਥਡ ਲੱਗ ਸਕਦੇ ਆ, ਕਿਸ ਤਰ੍ਹਾਂ ਇਹਨੂੰ ਐਕਸਪੈਰੀਮੈਂਟ ਨੂੰ ਪਰਫੋਰਮ ਕਰਨਾ ਹੈਗਾ, ਉਹ ਸਾਰੀ ਪਲੈਨਿੰਗ ਕੀਤੀ ਜਾਂਦੀ ਆ। ਫਿਰ ਐਕਸੀਕਿਊਸ਼ਨ ਕੀਤਾ ਜਾਂਦਾ ਪ੍ਰੋਜੈਕਟ ਨੂੰ। ਠੀਕ ਹੈ, ਫਿਰ ਉਹਨੂੰ ਕੀ ਐਕਸੀਕਿਊਸ਼ਨ ਦਾ ਮਤਲਬ ਉਹਨੂੰ ਕਰਕੇ ਦੇਖਿਆ ਜਾਂਦਾ। ਫਿਰ ਇਵੈਲੂਏਟ ਕੀਤਾ ਜਾਂਦਾ ਕਿ ਜੋ ਆਪਾਂ ਐਕਸਪੈਰੀਮੈਂਟ ਕੀਤਾ, ਜੋ ਇਹਦਾ ਰਿਜ਼ਲਟ ਆਇਆ ਉਹ ਸਹੀ ਹੈ। ਠੀਕ ਹੈ, ਪੂਰੇ ਨੂੰ ਇਵੈਲੂਏਟ ਕੀਤਾ ਜਾਂਦਾ ਲਾਸਟ 'ਤੇ। ਇਹ ਪੰਜ ਸਟੈਪ ਹੈ, ਇਹ ਵੀ ਨੋਟ ਕਰ ਲਿਓ, ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਠੀਕ ਹੈ, ਇਹ ਤਾਂ ਹੋ ਗਿਆ ਆਪਣਾ ਪ੍ਰੋਜੈਕਟ ਮੈਥਡ। ਓਕੇ, ਇਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਹੈਗਾ। ਠੀਕ ਹੈ, ਇਹ ਤਾਂ ਹੋ ਗਿਆ 60 ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਹੀ ਕਿ ਪ੍ਰੋਜੈਕਟ ਮੈਥਡ ਜਿਹੜਾ ਕਿੰਨੇ ਦਿੱਤਾ ਹੋਇਆ, ਇਹ ਦਿੱਤਾ ਹੋਇਆ ਕਿਲਪੈਟਰਿਕ ਨੇ, ਔਰ ਆਪਾਂ ਪੜ੍ਹ ਵੀ ਲਿਆ ਕਿ ਪ੍ਰੋਜੈਕਟ ਮੈਥਡ ਹੁੰਦਾ ਕੀ ਹੈ। ਇਸ ਤੋਂ ਬਾਅਦ 17 ਨੰਬਰ ਕੁਐਸਚਨ ਹੈ। 17 ਨੰਬਰ ਕੁਐਸਚਨ, ਮੀਨਿੰਗ ਆਫ ਵਰਡ ਹੋਰਿਸਕੋ ਇਜ਼ A to discover, B to learn, C to think, D to know। ਠੀਕ ਹੈ, ਇਹਦਾ ਆਨਸਰ ਹੈਗਾ A ਆਨਸਰ, ਟੂ ਡਿਸਕਵਰ। ਹੋਰਿਸਕੋ ਜਿਹੜਾ ਵਰਡ ਹੈਗਾ ਇਹ ਕੀ ਹੈ, ਗ੍ਰੀਕ ਲੈਂਗੁਏਜ ਤੋਂ ਲਿਆ ਹੋਇਆ। ਕਿੱਥੋਂ ਲਿਆ ਹੋਇਆ, ਗ੍ਰੀਕ ਲੈਂਗੁਏਜ ਤੋਂ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਔਰ ਇਹਦਾ ਮਤਲਬ ਹੁੰਦਾ ਟੂ ਫਾਈਂਡ ਆਊਟ, ਟੂ ਡਿਸਕਵਰ। ਠੀਕ ਹੈ, ਇਹ ਮਤਲਬ ਪਤਾ ਹੋਣਾ ਚਾਹੀਦਾ ਕਿ ਟੂ ਡਿਸਕਵਰ ਕਰਨਾ ਜਾਂ ਕੁਛ ਫਾਈਂਡ ਕਰਨਾ।
ठीक है। इन्वेंशन भी बोलते हैं इनू, ठीक है। इस तो बाद 80 नंबर क्वेश्चन है, प्रॉब्लम्स इन टीचिंग मैथमेटिक्स इज़ ड्यू टू ए लार्ज क्लासेस, बी टीचिंग एटीट्यूड, बी टीचर्स क्वालिफिकेशन, डी हैवी मैथमेटिक्स सिलेबस। इधर कहना प्रॉब्लम जी मैथमेटिक्स सबजैक्ट जोड़ा मैथ नूं टीच करन दे विच किहड़ियां प्रॉब्लम्स आंदियां वो किहड़ियां कहंदा लार्ज क्लासेस हैगी है, जां टीचर दा एटीट्यूड, जां टीचर क्वालिफिकेशन एंड हैवी मैथमेटिक्स सिलेबस। देखो इत्थे तो वैसे चारों ही राइट बनदियां, बट आपां देखना हुंदा बेस्ट आंसर किहड़ा हैगा। हुण इत्थे सानूं ऑल ऑफ द अबव ते दित्ता नहीं होया, फिर इन्हां चारां विचों जिहड़ा बेस्ट आंसर है वो आंदा सिलेबस, जिहड़ा मैथ दा बहुत ज़्यादा सिलेबस होना, ठीक है। अगर लार्ज क्लासेस है तां भी बच्चे हर बच्चे दी अटैंशन नहीं दित्ती जाती। टीचर दा एटीट्यूड भी मायने रखता है कि टीचर जिहड़ा बच्चे नाल प्यार नाल गल करदा है जां रूडली बिहेव करदा है, वो भी डिपेंड करदा हैगा, वो भी एक प्रॉब्लम का ही विषय है। टीचर की क्वालिफिकेशन ओबवियसली टीचर जो मैथ पढ़ा रहा कि मैथ की भी क्वालिफिकेशन है, वो देखो एवें तो नहीं विदाउट क्वालिफिकेशन ही करवा रहे हो, एंड हैवी सिलेबस। ओके सारियां प्रॉब्लम बनदियां, पर बेस्ट जोड़ा इत्थे जो चारों चो अगर चूज करने की बारी आ जाए तो वो डी ऑप्शन आएगी, ठीक है। कि जो मैथ का बहुत ज़्यादा सिलेबस होंगे, तो कई बार आप दिखने आप बोर्ड दी क्लासां हो गई जरनल इदा भी नॉर्मल क्लासेस है, लास्ट तक मैथ का सिलेबस नहीं कंप्लीट होता, ठीक है। ये बहुत बड़ी प्रॉब्लम हैगी है, ओके। इतने राइट आंसर आ जाएगा डी। इस तो बाद 19 नंबर क्वेश्चन है, रेमेडियल टीचिंग इज़ यूजफुल इन फाइंडिंग ए स्ट्रेंथ ऑफ चाइल्ड, बी डिफिकल्टी ऑफ चाइल्ड, सी वीकनेस ऑफ चाइल्ड, डी वर्डन ऑन अ चाइल्ड। इतने राइट आंसर आ जाएगा, कहना रेमेडियल टीचिंग किहदे लई यूजफुल है। इतने राइट आंसर है सी, बच्चों की वीकनेस फाइंड करने, ठीक है। रेमेडियल टीचिंग का यूज़ किया जाता बच्चों के किहड़ी वीकनेस हैगी, की डिफिकल्टीज हैगियां, उन्होंने पहले आइडेंटिफाई किया जाता, दैन फिर उन्होंने सॉल्व भी किया जाता है, ठीक है। ये डेफिनेशन लिखी हुई है, रेमेडियल टीचिंग इज़ आइडेंटिफाइड स्लो लर्नर एंड प्रोवाइडिंग दैम विद द नेसेसरी हेल्प एंड गाइडेंस टू हेल्प दैम ओवरकम देयर प्रॉब्लम्स आफ्टर आइडेंटिफाइंग देयर एरिया ऑफ डिफिकल्टीज, ठीक है। वही है कि पहले बच्चों के जड़ियाँ किहड़े एरियाज के उन्होंने प्रॉब्लम्स हैगी है, ठीक है, उन्होंने आइडेंटिफाई किया जाता है, दैन फिर उन्होंने गाइड किया जाता है एंड हैल्प की जाती है, ताकि उनकी जड़ियाँ प्रॉब्लम्स हैगियां उन्होंने उनकी डिफिकल्टी सॉल्व किया जाए, उनकी वीकनेस सॉल्व किया जाए। ये लिए जो बेस्ट मैथड है वो है डायग्नोस्टिक टेस्ट, ओके। इस तो बाद 20 नंबर क्वेश्चन हैगा, 20 नंबर क्वेश्चन है, द मैथमेटिक्स फॉर्मूले कैन बी डिड्यूस्ड बाय ए इंडक्टिव मैथड, बी डिडक्टिव मैथड, सी एनालिटिक मैथड, डी नन ऑफ दिस। देखो मैं पिछे भी एक सेम क्वेश्चन आया हुआ पिछे भी कि मैथमेटिक जो फॉर्मूले है किस मैथड के थ्रू डिडक्ट किए जाते हैं, वो किया जाता है इंडक्टिव मैथड लिए। ये रिपीट हो गया क्वेश्चन, ओके। तो इतने साढ़े जोड़े अज के 10 क्वेश्चन जोड़े कंप्लीट होंगे है। तो अगर तुहानू सारे क्वेश्चन जोड़े क्लीयर हो गए होंगे या कोई डाउट होएगा प्लीज़ कमेंट बॉक्स से कमेंट कर दियो, और वीडियो को लाइक भी करना, शेयर भी करना एंड चैनल को सबसक्राइब जरूर करना, ओके। एंड थैंक यू एवरीवन फॉर वॉचिंग माई वीडियो।